ਇਸ ਲਈ ਅੱਜ ਮੈਂ ਜੋ ਕਰਨ ਜਾ ਰਹੀ ਹਾਂ ਉਹ ਇਹ ਹੈ ਕਿ ਮੈਂ ਤੁਹਾਨੂੰ ਆਪਣੇ ਪਹਿਲੇ ਸਾਲ ਵਿੱਚ ਜੋ ਵੀ ਸਿੱਖਿਆ ਹੈ ਉਸ ਬਾਰੇ ਜਲਦੀ ਨਾਲ ਸਭ ਦੁਹਰਾਉਣ ਲੱਗੀ ਹਾਂ। ਇਸ ਲਈ ਤੁਸੀਂ ਜਾਣਦੇ ਹੋ ਕਿ ਇੱਥੇ ਇੱਕ ਤਰ੍ਹਾਂ ਦੀ ਕੰਟੀਨਿਊਇਟੀ ਹੈ ਅਤੇ ਤੁਸੀਂ ਅੱਗੇ ਇਸ ਬਾਰੇ ਜਾਣੋਗੇ, ਠੀਕ ਹੈ। ਇਸ ਲਈ ਜਿਸਨੇ ਪਹਿਲਾਂ ਹੀ ਸਿੱਖ ਲਿਆ ਹੈ ਸ਼ਾਇਦ ਉਹਨਾਂ ਲਈ ਇਹ ਰੈਪੀਟੀਸ਼ਨ ਹੋਵੇਗੀ, ਪਰ ਇਸ ਰੈਪੀਟੀਸ਼ਨ ਨੂੰ ਇੱਕ ਵਾਰ ਹੋਰ ਕਰਨਾ ਚੰਗਾ ਹੈ। ਇਸ ਲਈ ਤੁਸੀਂ ਸਾਰੇ ਮੇਰੇ ਨਾਲ ਹੋ, ਠੀਕ ਹੈ। ਇਸ ਲਈ ਇੱਕ ਬਾਕਸ ਵਿੱਚ ਪਾਰਟੀਕਲ ਦਾ ਰਿਵਿਊ। ਪੋਟੈਂਸ਼ੀਅਲ ਵੈਲ ਬੈਰੀਅਰਸ ਸਟੈਪ ਪੋਟੈਂਸ਼ੀਅਲ ਹਾਰਮੋਨਿਕ ਓਸੀਲੇਟਰ ਅੱਜ ਦਾ ਵਿਸ਼ਾ ਹੈ ਅਤੇ ਹੌਲੀ-ਹੌਲੀ ਮੈਂ ਤੁਹਾਨੂੰ ਸਾਰਿਆਂ ਨੂੰ ਡੈਲਟਾ ਫੰਕਸ਼ਨ ਅਤੇ 1 ਡਾਇਮੈਂਸ਼ਨਲ ਪ੍ਰੋਬਲਮਸ ਦੀਆਂ ਕੁਝ ਵਿਸ਼ੇਸ਼ਤਾਵਾਂ, ਬਾਉਂਸ ਸਟੇਟਸ, ਸਕੈਟਰਿੰਗ ਸਟੇਟਸ ਬਾਰੇ ਦੱਸਾਂਗੀ। ਇੱਕ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਹੁਣ ਨੀਂਦ ਵਿੱਚ ਵੀ ਇਸ ਬਾਰੇ ਦੱਸ ਸਕਦੇ ਹੋ ਕਿ ਇਹ ਸਹੀ ਹੈ। ਇਹ ਕੀ ਹੈ? ਤੁਸੀਂ 1 ਡਾਇਮੈਂਸ਼ਨ ਵਿੱਚ 2 ਕੋਆਰਡੀਨੇਟਸ ਤੇ ਇੱਕ ਇਨਫਾਈਨਾਈਟ ਪੋਟੈਂਸ਼ੀਅਲ ਰੱਖਦੇ ਹੋ, x=0 ਅਤੇ x=L ਤੇ, ਅਤੇ ਬਾਕਸ ਦੇ ਅੰਦਰ ਤੁਸੀਂ ਇਸ ਤਰ੍ਹਾਂ ਮੰਨਦੇ ਹੋ ਜਿਵੇਂ ਕਿ ਇਹ ਇੱਕ ਫਰੀ ਪਾਰਟੀਕਲ ਵਾਂਗ ਹੈ। ਇਹ ਬਿਲਕੁਲ ਫਰੀ ਪਾਰਟੀਕਲ ਨਹੀਂ ਹੈ ਕਿਉਂਕਿ ਇਹ ਇਸ ਕਿਸਮ ਦੇ ਪੋਟੈਂਸ਼ੀਅਲ ਦੁਆਰਾ ਬਾਉਂਡ ਹੈ, ਇਹ ਕਨਸਟੈਂਟ ਹੈ। ਤਾਂ ਅਜਿਹੇ ਪਾਰਟੀਕਲ ਦਾ ਵੇਵ ਫੰਕਸ਼ਨ ਕੀ ਹੁੰਦਾ ਹੈ? ਤੁਸੀਂ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦੀ ਵਰਤੋਂ ਕਰਕੇ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ, ਅਤੇ ਦੇਖਿਆ ਕਿ ਵੇਵ ਫੰਕਸ਼ਨ ਜੋ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਪੂਰਾ ਕਰਦਾ ਹੈ। ਨੋਰਮਲਾਈਜ਼ਡ ਵੇਵ ਫੰਕਸ਼ਨ ਜੋ ਹੈ √2/L ਟਾਈਮਸ sin nπx/L। ਹਰ ਕਿਸੇ ਨੇ ਇਹ ਪ੍ਰਾਪਤ ਕਰ ਲਿਆ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਇਹ ਕਰ ਲਿਆ ਹੈ। ਜੇਕਰ ਤੁਸੀਂ ਨਹੀਂ ਕੀਤਾ, ਜੇਕਰ ਤੁਹਾਨੂੰ ਯਾਦ ਨਹੀਂ ਹੈ ਤਾਂ ਕਿਰਪਾ ਕਰਕੇ ਵਾਪਸ ਜਾਓ ਅਤੇ ਇਸ ਨੂੰ ਦੇਖੋ ਅਤੇ ਕੋਰੈਸਪੋਂਡਿੰਗ। ਇੱਕ ਵਾਰ ਜਦੋਂ ਮੈਂ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦਾ ਸੋਲਿਊਸ਼ਨ ਕਹਾਂ ਤਾਂ ਇਸ ਦਾ ਕੀ ਅਰਥ ਹੈ? ਤੁਹਾਨੂੰ ਵੇਵ ਫੰਕਸ਼ਨ ਦੇ ਨਾਲ-ਨਾਲ ਕੋਰੈਸਪੋਂਡਿੰਗ ਐਨਰਜੀ ਆਈਗਨ ਵੈਲਿਊ ਵੀ ਦੇਣੀ ਪਵੇਗੀ, ਠੀਕ ਹੈ। ਇਸ ਲਈ ENS ਕੋਰੈਸਪੋਂਡਿੰਗ ਐਨਰਜੀ ਆਈਗਨ ਵੈਲਿਊਜ਼ ਹਨ ਅਤੇ ਉਹ ਵੀ ਡਿਸਕ੍ਰੀਟਾਈਜ਼ਡ ਹਨ। ਇੰਟੀਜਰ ਮਲਟੀਪਲ n ਸਕੁਏਅਰਡ ਇੱਕ ਕਾਮਨ ਫੈਕਟਰ ਨੂੰ ਮਲਟੀਪਲਾਈ ਕਰਦੇ ਹੋਏ ਜੋ ਪਾਈ ਸਕੁਏਅਰਡ h ਕੋ ਸਕੁਏਅਰਡ ਬਾਈ 2ml L ਸਕੁਏਅਰਡ ਜਿੱਥੇ L ਬਾਕਸ ਦੀ ਲੰਬਾਈ ਹੁੰਦੀ ਹੈ। ਇਸ ਲਈ ਇਹੀ ਸਾਡਾ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਦੇ ਸੋਲਿਊਸ਼ਨ ਦਾ ਅਰਥ ਹੈ, ਠੀਕ ਹੈ। ਇੱਕ ਬਾਕਸ ਵਿੱਚ ਪਾਰਟੀਕਲ ਲਈ ਤੁਸੀਂ ਡੈਰੀਵੇਸ਼ਨ ਵਿੱਚ ਇਹਨਾਂ ਕੰਡੀਸ਼ਨਸ ਨੂੰ ਲੈਂਦੇ ਹੋ ਅਤੇ ਫਿਰ ਤੁਸੀਂ ਇਸ ਸ਼੍ਰੋਡਿੰਗਰ ਇਕੁਏਸ਼ਨ ਨੂੰ ਰੀਕਾਲ ਕਰਦੇ ਹੋ। ਇਸ ਤੱਥ ਨੂੰ ਸਬਸਟੀਟਿਊਟ ਕਰਦੇ ਹੋ ਕਿ u of x phi of x ਟੈਂਡਿੰਗ ਟੂ ਇਨਫਿਨਿਟੀ ਹੈ ਕਿਉਂਕਿ u ਟੈਂਡਿੰਗ ਟੂ ਇਨਫਿਨਿਟੀ ਹੈ। ਇਸ ਲਈ ਤੁਹਾਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਤਾਂ ਫਿਰ ਤੁਸੀਂ ਵੇਵ ਫੰਕਸ਼ਨ ਨੂੰ x=0 ਅਤੇ x=L ਤੇ 0 ਵਜੋਂ ਸੈੱਟ ਕਰਕੇ ਸੋਲਿਊਸ਼ਨ ਪਤਾ ਕਰਦੇ ਹੋ ਅਤੇ ਵੇਵ ਫੰਕਸ਼ਨ ਨੂੰ ਕੰਟੀਨਿਊਅਸ ਹੋਣਾ ਚਾਹੀਦਾ ਹੈ, ਠੀਕ ਹੈ। ਇਸ ਲਈ ਇਸ ਦੇ ਬਾਰੇ ਮੈਂ ਪਿਛਲੇ ਲੈਕਚਰ ਵਿੱਚ ਵੀ ਕਿਹਾ ਸੀ ਕਿ ਵੇਵ ਫੰਕਸ਼ਨ ਨੂੰ ਇਨਫਾਈਨਾਈਟ ਪੋਟੈਂਸ਼ੀਅਲਸ ਲਈ ਵੀ ਕੰਟੀਨਿਊਅਸ ਹੋਣਾ ਚਾਹੀਦਾ ਹੈ, ਪਰ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਕੰਟੀਨਿਊਅਸ ਨਹੀਂ ਹੋਵੇਗਾ। ਇਸ ਬਾਰੇ ਮੈਂ ਪਿਛਲੇ ਲੈਕਚਰ ਵਿੱਚ ਦੱਸਿਆ ਸੀ। ਇਸ ਲਈ ਇੱਕ ਵਾਰ ਜਦੋਂ ਤੁਸੀਂ ਇਸ ਨੂੰ ਕਰਦੇ ਹੋ ਤਾਂ ਸਾਨੂੰ ਵੇਵ ਫੰਕਸ਼ਨ ਦੇ ਸਿਰਫ ਕੰਟੀਨਿਊਅਸ ਹੋਣ ਦੀ ਲੋੜ ਹੁੰਦੀ ਹੈ, ਕੋਈ ਡੈਰੀਵੇਟਿਵ ਨਹੀਂ। ਅਤੇ ਬਾਕਸ ਦੇ ਅੰਦਰ ਤੁਸੀਂ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ u=0 ਲਿਖਦੇ ਹੋ। ਇਹ ਉਹ ਹੈ ਜਿਸ ਬਾਰੇ ਮੈਂ ਕਹਿ ਰਹੀ ਸੀ ਅਤੇ ਸਭ ਤੋਂ ਜਨਰਲ ਸੋਲਿਊਸ਼ਨ ਹੈ ਸਾਈਨ ਅਤੇ ਕੋਸ ਦਾ ਲੀਨੀਅਰ ਕੰਬੀਨੇਸ਼ਨ ਅਤੇ ਇੰਪੋਜ਼ਿੰਗ ਜਿੱਥੇ ਕਿ ਐਨਰਜੀ ਦੇ ਸਕੁਏਅਰ ਰੂਟ ਦੇ ਪ੍ਰੋਪੋਰਸ਼ਨਲ ਹੈ ਅਤੇ x=0 ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੇਵ ਫੰਕਸ਼ਨ ਖਤਮ ਹੋ ਜਾਵੇ ਅਤੇ ਇਸ ਨਾਲ ਵੀ ਜੋ 0 ਹੋ ਜਾਂਦਾ ਹੈ। ਇਸ ਤਰੀਕੇ ਨਾਲ ਤੁਸੀਂ ਡੈਰੀਵੇਸ਼ਨ ਬਾਰੇ ਦੇਖਦੇ ਹੋ। ਇਸੇ ਤਰ੍ਹਾਂ x=L ਤੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਦਿਖਾ ਸਕਦੇ ਹੋ ਕਿ ਇਹ ਦੁਬਾਰਾ 0 ਹੋ ਜਾਵੇਗਾ ਜੇਕਰ k ਇਸ ਵਿੱਚ ਕੁਆਂਟਾਈਜ਼ਡ ਹੈ ਕਿ L=nπ। ਇਸ ਲਈ ਇੱਕ ਵਾਰ ਜਦੋਂ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਹ ਇੱਕ ਚੀਜ਼ ਦੇਖਦੇ ਹੋ ਜਦੋਂ u 0 ਹੁੰਦਾ ਹੈ ਪਾਰਟੀਕਲ ਫਰੀ ਪਾਰਟੀਕਲ ਵਾਂਗ ਹੁੰਦਾ ਹੈ, ਪਰ ਜੇਕਰ ਤੁਸੀਂ ਫਰੀ ਪਾਰਟੀਕਲ ਨੂੰ ਕਿਸੇ ਕਿਸਮ ਦੇ ਕੰਸਟਰੇਂਟ ਦੇ ਨਾਲ ਰੱਖਦੇ ਹੋ, ਪੋਟੈਂਸ਼ੀਅਲ ਦੇ ਤੌਰ ਤੇ ਇੱਕ ਕੰਸਟਰੇਂਟ ਲਗਾਉਣਾ ਇਨਫਿਨਿਟੀ ਹੈ x=0 ਅਤੇ x=L ਤੇ k ਜੋ ਇੱਕ ਫਰੀ ਪਾਰਟੀਕਲ ਲਈ ਕੰਟੀਨਿਊਅਸ ਹੁੰਦਾ ਹੈ ਹੁਣ ਕੰਟੀਨਿਊਅਸ ਨਹੀਂ ਰਹੇਗਾ। ਇਹ ਡਿਸਕ੍ਰੀਟ ਹੋ ਜਾਂਦਾ ਹੈ ਕਿ ਜੋ ਇੱਥੇ ਦਿੱਤਾ ਗਿਆ ਹੈ
ਕਿ L ਇਕੁਅਲ ਟੂ n ਪਾਈ ਜਿੱਥੇ ਕਿ n ਪਾਈ ਬਾਈ L ਹੈ। ਇਹ ਡਿਸਕ੍ਰੀਟਾਈਜੇਸ਼ਨ ਉਸ ਕੰਸਟਰੇਂਟ ਦੇ ਕਾਰਨ ਹੋ ਰਿਹਾ ਹੈ ਜੋ ਤੁਸੀਂ ਇਸ ਵਿੱਚ ਦਿੱਤਾ ਹੈ ਕਿ ਪਾਰਟੀਕਲ x ਇਕੁਅਲ ਟੂ 0 ਅਤੇ x ਇਕੁਅਲ ਟੂ L ਤੋਂ ਅੱਗੇ ਨਹੀਂ ਮੂਵ ਹੋ ਸਕਦਾ। ਠੀਕ ਹੈ, ਇਹ ਪਹਿਲੀ ਵਿਸ਼ੇਸ਼ਤਾ ਹੈ ਜੋ ਤੁਸੀਂ ਇੱਕ ਪਾਰਟੀਕਲ ਲਈ ਦੇਖਦੇ ਹੋ ਜੋ ਲਗਭਗ ਇੱਕ ਫਰੀ ਪਾਰਟੀਕਲ ਵਰਗਾ ਲੱਗਦਾ ਹੈ ਪਰ ਅਸਲ ਵਿੱਚ ਨਹੀਂ ਹੈ। ਇਹ ਪੋਟੈਂਸ਼ੀਅਲ 0 ਅਤੇ ਇਨਫਿਨਿਟੀ ਹੋਣ ਦੇ ਨਾਲ ਕੰਸਟਰੇਂਟ ਹੈ। ਜੇਕਰ ਇਹ ਉੱਥੇ ਨਹੀਂ ਸੀ ਤਾਂ ਫੋਰਮ ਕੀ ਹੋਵੇਗਾ ਕਿ ਕੰਟੀਨਿਊਅਸ ਫੈਸ਼ਨ ਵਿੱਚ ਮਾਈਨਸ ਇਨਫਿਨਿਟੀ ਤੋਂ ਪਲਸ ਇਨਫਿਨਿਟੀ ਤੱਕ ਕੋਈ ਵੀ ਵੈਲਿਊ ਲੈ ਸਕਦਾ ਹੈ। ਤੁਸੀਂ ਸਹਿਮਤ ਹੋ? ਇਸ ਲਈ ਇਸ ਕੇ ਨੂੰ ਡਿਸਕ੍ਰੀਟਾਈਜ਼ਡ ਕੀਤਾ ਜਾ ਰਿਹਾ ਹੈ। ਇਹ ਕੰਸਟਰੇਂਟ ਲਗਾਉਣ ਦੇ ਕਾਰਨ ਕਿ ਇਹ x ਇਕੁਅਲ ਟੂ 0 ਅਤੇ x ਇਕੁਅਲ ਟੂ L ਤੋਂ ਅੱਗੇ ਨਹੀਂ ਮੂਵ ਹੋ ਸਕਦਾ। ਇਸ ਨੂੰ ਕੇਵਲ x ਇਕੁਅਲ ਟੂ 0 ਅਤੇ x ਇਕੁਅਲ ਟੂ L ਦੇ ਵਿਚਕਾਰ ਜਾਣਾ ਪੈਂਦਾ ਹੈ ਕਿ ਇਹ ਸਹੀ ਹੈ। ਇਸ ਲਈ ਡਿਸਕ੍ਰੀਟ ਵੈਲਿਊ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਦੇ ਬਾਉਂਡ ਇਨਫਾਈਨਾਈਟ ਪੋਟੈਂਸ਼ੀਅਲ ਬਾਉਂਡਰੀਜ਼ ਲਗਾਉਣਾ ਸ਼ੁਰੂ ਕਰ ਦਿੰਦੇ ਹੋ। ਜੇਕਰ ਤੁਸੀਂ ਲਗਾਉਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਇਹ ਦੇਖਦੇ ਹੋ ਕਿ ਐਨਰਜੀਜ਼ ਹੁਣ ਕੰਟੀਨਿਊਅਸ ਨਹੀਂ ਹਨ, ਇਹ ਡਿਸਕ੍ਰੀਟ ਹੋ ਜਾਂਦਾ ਹੈ। ਇਸ ਲਈ ਤੁਹਾਡੇ ਕੋਲ ਆਰਬਿਟ ਫਰੀ ਐਨਰਜੀ ਹੋ ਸਕਦੀ ਹੈ, ਜਿਵੇਂ ਕਿ ਫਰੀ ਪਾਰਟੀਕਲ ਮਾਈਨਸ ਤੋਂ ਹੋ ਸਕਦਾ ਹੈ। ਤੁਸੀਂ ਕੰਟੀਨਿਊਅਸ ਫੈਸ਼ਨ ਵਿੱਚ 0 ਤੋਂ ਇਨਫਿਨਿਟੀ ਤੱਕ ਸਾਰੀਆਂ ਐਨਰਜੀਜ਼ ਊਰਜਾਵਾਂ ਦੀਆਂ ਪੋਜ਼ਿਟਿਵ ਵੈਲਿਊ ਜਾਣਦੇ ਹੋ। ਇੱਥੇ ਤੁਹਾਡੇ ਕੋਲ ਡਿਸਕ੍ਰੀਟਾਈਜ਼ਡ ਹੋਣ ਲਈ ਊਰਜਾ ਹੋਵੇਗੀ ਅਤੇ ਕੇਵਲ ਸਿਲੈਕਟਿਵ ਵੈਲਿਊਜ਼ ਹੋਣਗੀਆਂ। ਇਸ ਲਈ ਇਹ ਕੁਆਂਟਮ ਫੀਚਰਸ ਹਨ ਜੋ ਤੁਸੀਂ ਕਲਾਸੀਕਲ ਫਿਜ਼ਿਕਸਨ ਵਿੱਚ ਨਹੀਂ ਦੇਖੇ ਹੋਣਗੇ। ਜੇ ਮੈਂ ਤੁਹਾਨੂੰ ਇੱਕ ਫਰੀ ਪਾਰਟੀਕਲ ਦਿੰਦੀ ਹਾਂ ਜਿਵੇਂ ਕਿ p ਸਕੁਏਅਰ ਓਵਰ 2m ਅਤੇ ਮੰਨ ਲਓ ਕਿ p ਕੰਟੀਨਿਊਅਸ ਫੈਸ਼ਨ ਵਿੱਚ ਮਾਈਨਸ ਇਨਫਿਨਿਟੀ ਤੋਂ ਪਲਸ ਇਨਫਿਨਿਟੀ ਤੱਕ ਲੈ ਸਕਦਾ ਹੈ। ਹੁਣ ਤੁਸੀਂ ਇਸ ਨੂੰ ਨਹੀਂ ਦੇਖ ਸਕਦੇ, ਠੀਕ ਹੈ, ਇਸ ਲਈ ਤੁਸੀਂ ਇਹ ਕੁਆਂਟਾ ਦੇ ਸਕਦੇ ਹੋ। ਰਾਈਟਿੰਗ ਦੇ ਪਲੈਂਕ ਤਰੀਕੇ ਵਾਂਗ ਤੁਸੀਂ ਕੁਆਂਟਾ ਦੀ ਇੱਕ ਯੂਨਿਟ ਨੂੰ ਇਸ ਪਾਈ ਸਕੁਏਅਰਡ h ਕ੍ਰਾਸ ਸਕੁਏਅਰਡ ਬਾਈ 2ml ਸਕੁਏਅਰ ਵਜੋਂ ਡਿਫਾਈਨ ਕਰ ਸਕਦੇ ਹੋ ਅਤੇ ਫਿਰ ਤੁਸੀਂ ਵਨ ਡਾਇਮੈਂਸ਼ਨਲ ਬਾਕਸ ਵਿੱਚ ਇੱਕ ਪਾਰਟੀਕਲ ਲਈ ਸਾਰੀਆਂ ਅਲਾਉਡ ਐਨਰਜੀਜ਼ ਨੂੰ n ਸਕੁਏਅਰ E ਨੌਟ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹੋ। ਇਸ ਲਈ n ਨੂੰ ਹੁਣ ਕੁਆਂਟਾ n ਸਕੁਏਅਰਡ ਮਲਟੀਪਲਾਈਂਗ E ਨੌਟ ਨਾਲ ਡਿਸਕ੍ਰੀਟਾਈਜ਼ਡ ਕੀਤਾ ਗਿਆ ਹੈ। ਇਸ ਲਈ ਸਾਰੀਆਂ ਐਨਰਜੀਜ਼ ਦੀ ਅਨੁਮਤੀ ਨਹੀਂ ਹੈ। ਜਿਨ੍ਹਾਂ ਐਨਰਜੀਜ਼ ਦੀ ਅਨੁਮਤੀ ਹੈ ਉਹ ਸੀਰੀਜ਼ ਵਿੱਚ ਹਨ। ਕੋਈ ਤੁਹਾਨੂੰ ਪੁੱਛਦਾ ਹੈ ਕਿ 2 E ਨੌਟ ਸਪੈਕਟਰਮ ਵਿੱਚ ਹੋ ਸਕਦਾ ਹੈ? ਨਹੀਂ, 3.2 E ਨੌਟ ਨਹੀਂ ਅਤੇ ਇਸੇ ਤਰ੍ਹਾਂ ਅੱਗੇ। ਇਸ ਲਈ ਤੁਸੀਂ ਇਹ ਕਹਿਣਾ ਸ਼ੁਰੂ ਕਰ ਸਕਦੇ ਹੋ ਕਿ ਵਰਜਿਤ ਐਨਰਜੀਜ਼ ਇਹ ਅਜਿਹੀਆਂ ਚੀਜ਼ਾਂ ਹਨ ਜੋ ਤੁਸੀਂ ਆਪਣੇ ਕਲਾਸੀਕਲ ਫਿਜ਼ਿਕਸ ਵਿੱਚ ਨਹੀਂ ਦੇਖ ਸਕਦੇ। ਇਸ ਲਈ ਬੋਹਨਜ਼ ਔਰਬਿਟ ਬਹੁਤ ਸਪੈਸਿਫਿਕ ਸਨ। ਤੁਸੀਂ ਇਸ ਵਿਚਕਾਰ ਕਿਤੇ ਨਹੀਂ ਜਾ ਸਕਦੇ ਹੋ। ਤੁਹਾਨੂੰ ਦੂਜੇ ਸਟੇਸ਼ਨਰੀ ਆਰਬਿਟ ਤੇ ਜਾਣ ਲਈ ਇੱਕ ਸਟੇਸ਼ਨਰੀ ਆਰਬਿਟ ਵਿੱਚ ਹੋਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ। ਠੀਕ ਹੈ, ਇਹ ਨੋਰਮਲਾਈਜੇਸ਼ਨ ਫਿਕਸਿੰਗ ਤੁਹਾਡੇ ਇੰਟੀਗ੍ਰੇਸ਼ਨ ਦੇ ਡੋਮੇਨ ਤੇ ਡਿਪੈਂਡ ਕਰਦੀ ਹੈ। ਇੱਥੇ ਵੇਵ ਫੰਕਸ਼ਨ 0 ਅਤੇ L ਦੇ ਵਿਚਕਾਰ ਨਾਨ ਜ਼ੀਰੋ ਹੈ। ਇਸ ਲਈ ਤੁਹਾਨੂੰ ਇਹ ਨੋਰਮਲਾਈਜੇਸ਼ਨ ਕੰਡੀਸ਼ਨ ਲਗਾਉਣ ਅਤੇ ਨੋਰਮਲਾਈਜੇਸ਼ਨ ਨੂੰ ਫਿਕਸ ਕਰਨ ਦੀ ਲੋੜ ਹੈ। ਇਸ ਲਈ ਇਹ ਚੀਜ਼ਾਂ ਮੈਨੂੰ ਯਕੀਨ ਹੈ ਕਿ ਤੁਸੀਂ ਇਹ ਆਪਣੇ ਪਹਿਲੇ ਸਾਲ ਦੇ ਕੋਰਸ ਵਿੱਚ ਕੀਤੀਆਂ ਹਨ ਅਤੇ ਇੱਕ ਵਾਰ ਜਦੋਂ ਤੁਹਾਡੇ ਕੋਲ ਇਹ ਹੁੰਦਾ ਹੈ ਤਾਂ ਤੁਹਾਡੇ ਕੋਲ 2 ਫਾਈਨਲ ਵੇਵ ਫੰਕਸ਼ਨ ਹਨ ਜੋ ਮੈਂ ਆਪਣੀ ਪਹਿਲੀ ਸਲਾਈਡ ਵਿੱਚ ਰੱਖੇ ਹਨ, ਜਿਵੇਂ ਕਿ ਇਸ ਕੋਰਿਸਪੋਂਡਿੰਗ ਐਨਰਜੀਜ਼ ਵਿੱਚ n ਸਕੁਏਅਰਡ E ਨੌਟ ਦੇ ਰੂਪ ਵਿੱਚ ਕੁਆਂਟਾਈਜ਼ਡ ਹੈ ਅਤੇ ਲੋਐਸਟ ਐਨਰਜੀ n ਇਕੁਅਲ ਟੂ 1 ਹੈ ਅਤੇ ਨੌਟ n ਇਕੁਅਲ ਟੂ 0। ਇਸ ਲਈ ਵੇਵ ਫੰਕਸ਼ਨ psi 1 n ਇਕੁਅਲ ਟੂ 1 ਲੋਐਸਟ ਐਨਰਜੀ ਲੈਵਲ ਹੈ। ਕੋਰਿਸਪੋਂਡਿੰਗ ਐਨਰਜੀ E1 ਹੈ ਜੋ E ਨੌਟ ਦੇ ਇਕੁਅਲ ਹੈ ਅਤੇ ਵੇਵ ਫੰਕਸ਼ਨ psi 1 ਆਫ x ਹੈ ਅਤੇ n ਗ੍ਰੇਟਰ ਦੈਨ h ਦਾ ਐਕਸਾਈਟਡ ਸਟੇਟਸ ਅਤੇ ਪੋਜੀਸ਼ਨ ਦੀ ਐਵਰੇਜ ਵੈਲਿਊ ਕੀ ਹੈ ਜਿਸ ਨੂੰ ਐਕਸਪੈਕਟੇਸ਼ਨ ਵੈਲਿਊ ਵੀ ਕਿਹਾ ਜਾਂਦਾ ਹੈ। ਇਸ ਬਾਰੇ ਵੀ ਅਸੀਂ ਪਿਛਲੀ ਵਾਰ ਰਸਮੀ ਤੌਰ ਤੇ ਚਰਚਾ ਕੀਤੀ ਸੀ ਕਿ ਇਹ psi ਸਟਾਰ ਹੈ। ਆਪਰੇਟਰ x psi ਦਾ ਮੁਲਾਂਕਣ ਕੀਤਾ ਗਿਆ ਹੈ। ਇਹ ਚੀਜ਼ਾਂ ਇਹ ਇੰਟੀਗ੍ਰੇਸ਼ਨਸ ਤੁਸੀਂ ਕਰ ਸਕਦੇ ਹੋ ਅਤੇ ਪੁਸ਼ਟੀ ਕਰ ਸਕਦੇ ਹੋ ਕਿ ਪੋਜੀਸ਼ਨ ਦੀ ਐਵਰੇਜ ਵੈਲਿਊ L/2 ਹੈ ਅਤੇ ਤੁਸੀਂ ਵੇਵ ਫੰਕਸ਼ਨ ਨੂੰ ਵੀ ਪਲਾਟ ਕਰ ਸਕਦੇ ਹੋ। ਇਹ ਇੱਕ ਸਾਈਨ ਫੰਕਸ਼ਨ ਹੈ। ਤੁਸੀਂ ਪਲਾਟ ਕਰ ਸਕਦੇ ਹੋ ਕਿ x ਦੀ ਐਕਸਪੈਕਟੇਸ਼ਨ ਵੈਲਿਊ ਕੀ ਹੈ ਅਤੇ ਇਸ ਤਰ੍ਹਾਂ ਅੱਗੇ ਵੀ। ਠੀਕ ਹੈ, ਹੁਣ ਤੱਕ ਅਸੀਂ 1 ਡਾਇਮੈਂਸ਼ਨਲ ਬਾਕਸ ਕੀਤਾ ਹੈ। ਜੇਕਰ ਅਸੀਂ ਇਸ ਨੂੰ ਇੱਕ 2 ਡਾਇਮੈਂਸ਼ਨਲ ਬਾਕਸ ਵਿੱਚ ਬਣਾਉਂਦੇ ਹਾਂ ਤਾਂ ਮੋਡੀਫਿਕੇਸ਼ਨ ਕੀ ਹੈ? ਤੁਹਾਡੇ ਕੋਲ x ਅਤੇ y ਐਕਸਿਸ ਹੈ ਅਤੇ ਪਾਰਟੀਕਲ। ਅਸੀਂ ਇੱਕ ਸਕੁਏਅਰ ਬਾਕਸ ਲੈ ਰਹੇ ਹਾਂ। ਜੇਕਰ ਤੁਸੀਂ ਚਾਹੋ ਤਾਂ ਅਸੀਂ ਇੱਕ ਰੈਕਟੈਂਗੂਲਰ ਬਾਕਸ ਵੀ ਲੈ ਸਕਦੇ ਹਾਂ, ਪਰ ਸਿਰਫ ਆਸਾਨੀ ਵਾਸਤੇ ਆਓ ਇੱਕ ਸਕੁਏਅਰ ਬਾਕਸ ਲੈਂਦੇ ਹਾਂ। ਇਸ ਲਈ ਡਾਇਗਰਾਮ ਇਹ ਦੱਸਦਾ ਹੈ ਕਿ ਪੋਟੈਂਸ਼ੀਅਲ ਕਿੱਥੇ ਇਨਫਿਨਿਟੀ ਹੈ ਅਤੇ ਸਕੁਏਅਰ ਬਾਕਸ ਦੇ ਅੰਦਰ ਇਹ 0 ਹੈ। ਤਾਂ ਸਾਨੂੰ ਕੀ ਕਰਨਾ ਪਵੇਗਾ? ਤੁਹਾਨੂੰ ਪਹਿਲਾਂ ਸ਼੍ਰੋਡਿੰਗਰ ਇਕੁਏਸ਼ਨ ਨੂੰ 2 ਡਾਇਮੈਂਸ਼ਨ ਵਿੱਚ ਲਿਖਣਾ ਪਵੇਗਾ। ਫਿਰ
ਪੋਟੈਂਸ਼ੀਅਲ એનર્ਜੀ ਲਈ ਵੱਖ-ਵੱਖ ਵੇਵ ਫੰਕਸ਼ਨ। ਸੈਪਰੇਬਲ ਵੇਵ ਫੰਕਸ਼ਨ। ਜੇਕਰ ਤੁਹਾਡੀ ਪੋਟੈਂਸ਼ੀਅਲ એનર્ਜੀ ਨੂੰ ਸਮ ਆਫ ਪੋਟੈਂਸ਼ੀਅਲ ਫਾਰ x ਪਲਸ ਸਮ ਆਫ ਪੋਟੈਂਸ਼ੀਅਲ ਫਾਰ y ਲਈ ਨਹੀਂ ਲਿਖਿਆ ਜਾ ਸਕਦਾ ਹੈ ਤਾਂ ਸੈਪਰੇਬਲ ਵੇਵ ਫੰਕਸ਼ਨ ਲਾਗੂ ਨਹੀਂ ਹੁੰਦੇ ਹਨ। ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਪਤਾ ਹੈ, ਠੀਕ ਹੈ। ਇਸ ਲਈ ਸੈਪਰੇਬਲ ਵੇਵ ਫੰਕਸ਼ਨਸ ਘੱਟੋ-ਘੱਟ ਇੱਕ ਡਾਇਮੈਂਸ਼ਨਲ ਬਾਕਸ ਵਿੱਚ ਇਹ ਪਾਰਟੀਕਲ ਇਸ ਸ਼੍ਰੇਣੀ ਵਿੱਚ ਆਉਂਦਾ ਹੈ ਜਿੱਥੇ u ਆਫ xy 0 ਹੈ ਸਾਰੇ x ਅਤੇ y ਲਈ, ਜੋ ਕਿ ਲੈਸ ਦੈਨ L ਹੈ। 0 ਅਤੇ L ਦੇ ਵਿਚਕਾਰ ਜੇਕਰ x ਅਤੇ y ਵੈਲਿਊ ਲੈ ਰਹੇ ਹਨ, u ਆਫ xy 0 ਹੈ ਅਤੇ ਤੁਸੀਂ ਇਸ ਕੰਡੀਸ਼ਨ ਨੂੰ ਪੂਰੀ ਹੋਈ ਦੇ ਤੌਰ ਤੇ ਮੰਨ ਸਕਦੇ ਹੋ, ਇਸ ਲਈ ਤੁਸੀਂ ਸੈਪਰੇਬਲ ਵੇਵ ਫੰਕਸ਼ਨ ਕਰ ਸਕਦੇ ਹੋ ਅਤੇ ਫਿਰ ਅਸੀਂ 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਦੇ ਸੋਲਿਊਸ਼ਨ ਨੂੰ ਵੇਖਦੇ ਹਾਂ। ਇਸ ਲਈ 2 ਡਾਇਮੈਂਸ਼ਨਲ ਸ਼੍ਰੋਡਿੰਗਰ ਇਕੁਏਸ਼ਨ ਦੁਬਾਰਾ ਟਾਈਮ ਇੰਡੀਪੈਂਡੈਂਟ ਹੈ। ਤੁਹਾਡੇ ਕੋਲ ਪਹਿਲਾਂ ਇੱਕ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਵਿੱਚ ਕੇਵਲ del ਸਕੁਏਅਰਡ ਬਾਈ del x ਸਕੁਏਅਰਡ ਸੀ। ਤੁਹਾਡੇ ਕੋਲ del ਸਕੁਏਅਰਡ ਬਾਈ del y ਸਕੁਏਅਰਡ ਟਰਮ ਵੀ ਹੋਵੇਗੀ। ਇਸ ਲਈ ਇਹ ਇੱਕ ਪਹਿਲਾ ਸਟੈਪ ਹੈ ਅਤੇ psi x ਅਤੇ y ਦੋਵਾਂ ਦਾ ਇੱਕ ਫੰਕਸ਼ਨ ਹੋਵੇਗਾ ਅਤੇ ਨੋਰਮਲਾਈਜੇਸ਼ਨ ਕੰਡੀਸ਼ਨ ਵਿੱਚ ਸਿਰਫ ਇੰਟੀਗ੍ਰੇਸ਼ਨ ਓਵਰ x ਹੀ ਨਹੀਂ ਇੰਟੀਗ੍ਰੇਸ਼ਨ ਓਵਰ y ਵੀ ਹੋਣਾ ਚਾਹੀਦਾ ਹੈ। ਇਹ 2 ਡਾਇਮੈਂਸ਼ਨਲ ਪ੍ਰੋਬਲਮ ਨਹੀਂ ਹੈ। ਸਟ੍ਰੇਟ ਫੋਰਵਰਡ ਐਕਸਟੈਂਸ਼ਨ ਇਹ ਉਹ ਹੈ ਜੋ ਇਹ ਹੋਣੀ ਚਾਹੀਦੀ ਹੈ ਜੋ ਤੁਸੀਂ 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਲਈ 0 ਤੋਂ L ਅਤੇ 0 ਤੋਂ L ਤੱਕ ਲਿਮਿਟਸ ਦੇ ਸਕਦੇ ਹੋ। ਜੇਕਰ ਪੋਟੈਂਸ਼ੀਅਲ એનર્ਜੀ u1 ਆਫ x ਪਲਸ u2 ਆਫ y ਹਾਂ ਤਾਂ ਮੈਂ ਉਪਰੋਕਤ ਇਕੁਏਸ਼ਨ ਲਿਖ ਸਕਦੀ ਹਾਂ। ਟੌਪ ਇਕੁਏਸ਼ਨ ਇੱਕ ਆਪਰੇਟਰ O ਦੇ ਤੌਰ ਤੇ ਜੋ ਸਿਰਫ x ਤੇ ਡਿਪੈਂਡ ਕਰਦਾ ਹੈ ਅਤੇ ਇੱਕ ਹੋਰ ਆਪਰੇਟਰ ਜੋ ਕੇਵਲ y ਤੇ ਡਿਪੈਂਡ ਕਰਦਾ ਹੈ ਅਤੇ psi ਆਫ x y ਤੇ ਕੰਮ ਕਰਦਾ ਹੈ। ਇਸ ਲਈ ਇਹ ਤੁਹਾਡੀਆਂ ਡਿਫਰੈਂਸ਼ੀਅਲ ਇਕੁਏਸ਼ਨਸ ਵਿੱਚ ਮੁੱਖ ਥੀਮ ਹੈ। ਜੇਕਰ ਤੁਸੀਂ ਡਿਫਰੈਂਸ਼ੀਅਲ ਆਪਰੇਟਰ ਨੂੰ ਵੰਡ ਸਕਦੇ ਹੋ ਜੋ ਸਿਰਫ x ਤੇ ਡਿਪੈਂਡ ਕਰਦਾ ਹੈ ਅਤੇ ਇੱਕ ਹੋਰ ਡਿਫਰੈਂਸ਼ੀਅਲ ਆਪਰੇਟਰ ਜੋ ਸਿਰਫ y ਤੇ ਡਿਪੈਂਡ ਕਰਦਾ ਹੈ, ਤਾਂ ਕੀ ਸੰਭਵ ਹੈ x y ਦੇ psi ਨੂੰ x ਦੇ phi ਦੇ ਰੂਪ ਅਤੇ y ਦੇ ਕੋਈ ਹੋਰ ਫੰਕਸ਼ਨ ਵਿੱਚ ਲਿਖਿਆ ਜਾ ਸਕਦਾ ਹੈ। ਇਹ ਪੋਸਿਬਿਲਿਟੀ ਤਾਂ ਹੀ ਮੌਜੂਦ ਹੈ ਜੇਕਰ ਤੁਸੀਂ ਆਪਣੇ ਡਿਫਰੈਂਸ਼ੀਅਲ ਆਪਰੇਟਰ ਨੂੰ 2 ਡਿਫਰੈਂਸ਼ੀਅਲ ਆਪਰੇਟਰ ਦੇ ਲੀਨੀਅਰ ਸਮ ਵਿੱਚ ਲਿਖ ਸਕਦੇ ਹੋ ਜਿੱਥੇ ਇੱਕ x ਉੱਤੇ ਡਿਪੈਂਡੈਂਟ ਹੈ ਅਤੇ ਦੂਜਾ y ਉੱਤੇ ਡਿਪੈਂਡੈਂਟ ਹੈ। ਇਸ ਲਈ 2 ਡਿਫਰੈਂਸ਼ੀਅਲ ਆਪਰੇਟਰ ਇਹ ਹਨ, ਇੱਕ ਉਹ ਇੱਕ ਜੋ ਸਿਰਫ x ਤੇ ਡਿਪੈਂਡੈਂਟ ਹੈ ਅਤੇ ਉਹ 2 ਜੋ ਸਿਰਫ y ਤੇ ਡਿਪੈਂਡੈਂਟ ਹੈ। ਡਿਫਰੈਂਸ਼ੀਅਲ ਆਪਰੇਟਰ ਇਹ ਇੱਕ ਹੋਣਾ ਚਾਹੀਦਾ ਹੈ। ਇੱਥੇ ਇੱਕ ਟਾਈਪੋ ਹੈ, u2y ਹੋਣਾ ਚਾਹੀਦਾ ਹੈ। ਇਸ ਨੂੰ ਠੀਕ ਕਰੋ, u2y ਹੋਣਾ ਚਾਹੀਦਾ ਹੈ। ਠੀਕ ਹੈ। ਪੋਟੈਂਸ਼ੀਅਲ એનર્ਜੀਜ਼ ਦੇ ਅਜਿਹੇ ਵਿਭਾਜਨ ਲਈ ਤੁਸੀਂ ਸੈਪਰੇਬਲ ਫੰਕਸ਼ਨਸ ਨੂੰ ਲਿਖ ਸਕਦੇ ਹੋ। ਮੈਂ ਇਸ ਨੂੰ f ਆਫ xg ਆਫ y ਕਹਿ ਰਿਹਾ ਹਾਂ, ਹਾਲਾਂਕਿ ਮੈਂ ਇੱਕ ਬਾਕਸ ਵਿੱਚ ਪਾਰਟੀਕਲ ਬਾਰੇ ਕਹਿ ਰਿਹਾ ਹਾਂ। ਇਹ ਹੋਰ ਸਥਿਤੀਆਂ ਲਈ ਵੀ ਲਾਗੂ ਹੁੰਦਾ ਹੈ। ਇਹ ਇੱਕ ਰਸਮੀ 2 ਡਾਇਮੈਂਸ਼ਨਲ ਸ਼੍ਰੋਡਿੰਗਰ ਇਕੁਏਸ਼ਨ ਹੈ। ਤੁਸੀਂ ਕਿਵੇਂ ਵੱਖ ਕਰ ਸਕਦੇ ਹੋ? ਜੇਕਰ ਤੁਹਾਡੀਆਂ ਪੋਟੈਂਸ਼ੀਅਲ એનર્ਜੀਜ਼ ਦਾ ਸਮ ਤੁਸੀਂ ਜਾਣਦੇ ਹੋ ਵੱਖ-ਵੱਖ ਕੋਆਰਡੀਨੇਟਸ ਪੋਟੈਂਸ਼ੀਅਲ એનર્ਜੀਜ਼। ਇਸ ਲਈ ਹੁਣ ਤੁਸੀਂ ਇਸ ਨੂੰ 2 ਡਾਇਮੈਂਸ਼ਨਲ ਡਿਫਰੈਂਸ਼ੀਅਲ ਇਕੁਏਸ਼ਨ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦੇ ਹੋ ਅਤੇ f ਆਫ xg ਆਫ y ਨਾਲ ਡਿਵਾਈਡ ਕਰਦੇ ਹੋ ਅਤੇ ਤੁਹਾਨੂੰ p ਪ੍ਰਾਪਤ ਹੋਵੇਗਾ ਜੋ ਡਿਪੈਂਡੈਂਟ ਹੈ। ਇਸ ਨੂੰ ਖੱਬੇ ਪਾਸੇ ਰੱਖੋ, p ਜੋ ਕਿ y ਡਿਪੈਂਡੈਂਟ ਹੈ ਇਸ ਨੂੰ ਸੱਜੇ ਪਾਸੇ ਰੱਖੋ ਅਤੇ ਉਹ ਵੀ ਦੇ ਇਹ ਫੈਕਟਰ ਤੱਕ ਸੰਬੰਧਿਤ ਹੋਣਗੇ। ਇਸ ਲਈ ਇਹ ਸਹੀ ਐਕਸਪ੍ਰੈਸ਼ਨ ਹੈ ਜਾਂ ਇਸ ਦੇ ਇਕੁਅਲ ਟੂ ਇਸ ਪਲਸ e ਦੇ ਇਕੁਅਲ ਹੋਵੇਗਾ ਕਿਉਂਕਿ ਅਸੀਂ psi ਨਾਲ ਡਿਵਾਈਡ ਕੀਤਾ ਹੈ। ਠੀਕ ਹੈ। ਕਿਰਪਾ ਕਰਕੇ ਇਹ ਚੈੱਕ ਕਰੋ। ਇਸ ਲਈ ਇਹ ਸਿਰਫ ਸਹੂਲਤ ਲਈ ਹੈ। LHS x ਤੇ ਡਿਪੈਂਡੈਂਟ ਹੈ ਅਤੇ RHS y ਤੇ ਡਿਪੈਂਡੈਂਟ ਹੈ ਅਤੇ ਤੁਸੀਂ ਉਹਨਾਂ ਦੋਵਾਂ ਨੂੰ ਕੁਝ ਕਾਂਸਟੈਂਟ a ਦੇ ਇਕੁਅਲ ਟੂ ਕਰ ਸਕਦੇ ਹੋ ਅਤੇ ਕਾਂਸਟੈਂਟ ਲਈ ਹੱਲ ਕਰ ਸਕਦੇ ਹੋ ਜੋ ਦੁਬਾਰਾ ਇੱਕ 1 ਡਾਇਮੈਂਸ਼ਨਲ ਡਿਫਰੈਂਸ਼ੀਅਲ ਇਕੁਏਸ਼ਨ ਬਣ ਜਾਵੇਗਾ। x ਦੇ f ਲਈ ਹੱਲ ਕਰੋ। ਠੀਕ ਹੈ। ਅਤੇ ਇਸੇ ਤਰ੍ਹਾਂ ਤੁਸੀਂ y ਦੇ g ਲਈ ਹੱਲ ਕਰ ਸਕਦੇ ਹੋ ਜੋ ਦੂਜੀ 1 ਡਾਇਮੈਂਸ਼ਨਲ ਡਿਫਰੈਂਸ਼ੀਅਲ ਇਕੁਏਸ਼ਨ ਹੋਵੇਗੀ। ਇਸ ਲਈ ਅਸੀਂ ਹੁਣ ਇੱਕ 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਲਈ ਵੇਵ ਫੰਕਸ਼ਨ ਲਈ ਹੱਲ ਕਰਾਂਗੇ। ਉਹ ਚੀਜ਼ਾਂ ਕੀ ਹਨ ਜੋ ਤੁਸੀਂ ਇੱਥੇ ਦੇਖਦੇ ਹੋ? ਪਹਿਲੀ ਗੱਲ ਜੋ ਤੁਸੀਂ 1 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਦੀ ਤੁਲਨਾ ਵਿੱਚ ਦੇਖੋਗੇ ਇਹ ਹੈ ਕਿ 2 ਵੱਖ-ਵੱਖ ਵੇਵ ਫੰਕਸ਼ਨ
ਹੋ ਸਕਦੇ ਹਨ ਜਿਨ੍ਹਾਂ ਵਿੱਚ ਇੱਕੋ એનર્ਜੀ ਹੋ ਸਕਦੀ ਹੈ, ਜਿਸ ਨੂੰ ਡੀਜਨਰੇਸੀ ਕਿਹਾ ਜਾਂਦਾ ਹੈ। ਡੀਜਨਰੇਸੀ ਇੱਕ ਬਾਕਸ ਵਿੱਚ ਵਨ ਡਾਇਮੈਂਸ਼ਨਲ ਪਾਰਟੀਕਲ ਵਿੱਚ ਨਹੀਂ ਦਿਖਾਈ ਦੇਵੇਗੀ। ਠੀਕ ਹੈ। ਇੱਕ ਬਾਕਸ ਵਿੱਚ ਇੱਕ ਡਾਇਮੈਂਸ਼ਨਲ ਪਾਰਟੀਕਲ ਨੂੰ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਬਾਉਂਡ ਸਟੇਟ ਹੈ। ਇਹ x=0 ਅਤੇ x=L ਦੇ ਅੰਦਰ ਬਾਉਂਡ ਹੈ। ਠੀਕ ਹੈ। ਇਸ ਲਈ ਇਹ ਪਹਿਲੀ ਚੀਜ਼ ਹੈ ਜੋ ਤੁਸੀਂ ਦੇਖੋਗੇ। ਤਾਂ ਆਓ ਇਸ ਸਮੱਸਿਆ ਨੂੰ ਹੱਲ ਕਰੀਏ। xy ਦਾ ਸਾਈ ਹੁਣ ਅਸੀਂ ਸਪਸ਼ਟ ਹਾਂ ਕਿ ਅਸੀਂ ਇੱਕ 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ ਲਈ ਵੀ f(x)(g)(y) ਲਿਖ ਸਕਦੇ ਹਾਂ, ਅਤੇ ਯਾਦ ਕਰੋ ਕਿ ਵੇਵ ਫੰਕਸ਼ਨ x=L ਜਾਂ y=L ਤੇ ਵੈਨਿਸ਼ ਹੋ ਜਾਣਾ ਚਾਹੀਦਾ ਹੈ ਜੋ ਤੁਸੀਂ ਜਾਣਦੇ ਹੋ, ਅਤੇ ਇਸੇ ਤਰ੍ਹਾਂ x=0 ਅਤੇ y=0 ਹੈ। ਇਸ ਲਈ ਆਪਣੇ ਵੇਵ ਫੰਕਸ਼ਨ ਤੇ ਉਹ ਕੰਡੀਸ਼ਨਸ ਰੱਖੋ। ਬਾਕਸ ਦੇ ਅੰਦਰ ਤੁਹਾਨੂੰ ਕਿਹੜਾ ਫਾਰਮ ਮਿਲੇਗਾ? ਤੁਹਾਨੂੰ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰਨਾ ਹੋਵੇਗਾ। ਇਹ ਇਕੁਏਸ਼ਨ ਕੁਝ ਵੀ ਨਹੀਂ ਹੈ ਪਰ ਤੁਹਾਡਾ ਵਰਗਾ ਹੈ, ਤੁਹਾਡੇ ਕੇ ਵਰਗਾ ਹੈ, ਜਿਸ ਨੂੰ ਅਸੀਂ 1 ਡਾਇਮੈਂਸ਼ਨਲ ਪ੍ਰੋਬਲਮਸ ਵਿੱਚ ਕੇ ਸਕੁਏਅਰਡ ਕੀਤਾ ਹੈ। ਇਸ ਲਈ d ਸਕੁਏਅਰ f ਬਾਏ dx ਸਕੁਏਅਰ 2ma ਬਾਏ h ਕ੍ਰਾਸ ਸਕੁਏਅਰ ਹੈ। ਇਸ ਨੂੰ ਇੱਥੇ ਆਪਣੇ ਕੇ ਸਕੁਏਅਰ ਦੇ ਤੌਰ ਤੇ ਕਹੋ। ਸਿਰਫ ਆਸਾਨੀ ਲਈ ਅਸੀਂ ਇਸ ਨੂੰ ਕੇ x ਸਕੁਏਅਰ ਦੇ ਰੂਪ ਵਿੱਚ ਕਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ। ਠੀਕ ਹੈ। ਅਤੇ ਇਸੇ ਤਰ੍ਹਾਂ ਤੁਹਾਡੇ ਕੋਲ ਇੱਕ ਹੋਰ ਇਕੁਏਸ਼ਨ ਹੈ। ਇਹ ਦੇ ਇਕੁਅਲ ਨਹੀਂ ਹੈ ਪਰ ਇਹ -a ਹੈ। ਕੀ ਇਹ ਠੀਕ ਹੈ? ਤੁਸੀਂ ਸਾਰੇ ਮੇਰੇ ਨਾਲ ਹੋ? ਠੀਕ ਹੈ। ਸਿਰਫ ਸੰਖੇਪ ਕਰਨ ਲਈ, ਇਸ ਲਈ ਇਹ ਇਕੁਏਸ਼ਨਸ ਦਾ ਸੈੱਟ ਹੈ। ਫਾਰਮਲ ਆਪਰੇਟਰ ਇਕੁਏਸ਼ਨ ਲਿਖੀ ਗਈ ਹੈ। ਐਕਸਪਲਿਸਿਟ ਫਾਰਮ ਦੂਜੀ ਲਾਈਨ ਵਿੱਚ ਦਿੱਤਾ ਗਿਆ ਹੈ। ਅਤੇ ਫਿਰ ਤੁਹਾਡੇ ਕੋਲ y ਡਿਪੈਂਡੈਂਸ ਲਈ ਇੱਕ ਫਾਰਮਲ ਆਪਰੇਟਡ ਇਕੁਏਸ਼ਨ ਹੈ, ਅਤੇ ਦੂਜੀ ਲਾਈਨ ਵਿੱਚ ਐਕਸਪਲਿਸਿਟ ਡਿਫਰੈਂਸ਼ੀਅਲ ਆਪਰੇਟਰ ਦਿੱਤਾ ਗਿਆ ਹੈ। ਸੋਲਿਊਸ਼ਨ ਕੀ ਹੈ? ਬਹੁਤ ਹੀ ਸਰਲ। ਯਕੀਨੀ ਤੌਰ ਤੇ ਤੁਸੀਂ ਸਾਰੇ ਸੋਲਿਊਸ਼ਨ ਜਾਣਦੇ ਹੋ। ਤੁਸੀਂ ਪਹਿਲੇ ਨੂੰ f(x) ਦੇ ਰੂਪ ਵਿੱਚ a sin ਕੇ x ਪਲਸ b cos ਕੇ x ਲਿਖ ਸਕਦੇ ਹੋ। ਇਸੇ ਤਰ੍ਹਾਂ g(y) ਤੁਸੀਂ ਕੇ ਲਈ ਇੱਕ ਸਬਸਕ੍ਰਿਪਟ x ਲਗਾਓ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ x 2ma ਬਾਏ h ਕ੍ਰਾਸ ਸਕੁਏਅਰ ਦਾ ਰੂਟ ਹੈ ਅਤੇ y 2ma-a ਬਾਏ h ਕ੍ਰਾਸ ਸਕੁਏਅਰ ਦਾ ਰੂਟ ਹੈ। ਤਾਂ ਕੰਡੀਸ਼ਨ ਕੀ ਹੈ ਕਿ x a ਹੈ ਅਤੇ y a ਹੈ, ਅਤੇ ਤੁਸੀਂ f(x)=0 at x =0 ਅਤੇ x=L ਦੀ ਕੰਡੀਸ਼ਨ ਲਗਾਉਂਦੇ ਹੋ ਜੋ b ਨੂੰ 0 ਦੇ ਇਕੁਅਲ ਟੂ ਬਣਾ ਦੇਵੇਗਾ ਅਤੇ x ਕੁਆਂਟਾਈਜ਼ਡ ਹੋਵੇਗਾ। ਇਸੇ ਤਰ੍ਹਾਂ y ਕੁਆਂਟਾਈਜ਼ਡ ਹੋਵੇਗਾ ਅਤੇ d 0 ਹੋਵੇਗਾ। ਇਸ ਲਈ ਇੱਕ ਨੋਰਮਲਾਈਜੇਸ਼ਨ ਤੱਕ ਇੱਕ ਬਾਕਸ ਵਿੱਚ 2 ਡਾਇਮੈਂਸ਼ਨਲ ਪਾਰਟੀਕਲ ਦਾ ਕੰਬਾਈਨਡ ਸੋਲਿਊਸ਼ਨ 2 ਸਾਈਨ ਫੰਕਸ਼ਨਾਂ ਦਾ ਪ੍ਰੋਡਕਟ ਹੈ ਜੋ ਕਿ ਇੱਕ nx ਨਾਲ ਇੰਟੀਜਰ ਕੁਆਂਟਮ ਨੰਬਰ ਦੇ ਰੂਪ ਵਿੱਚ ਅਤੇ ny ਦੂਜੇ ਇੰਟੀਜਰ ਕੁਆਂਟਮ ਨੰਬਰ ਦੇ ਰੂਪ ਵਿੱਚ ਹੈ। ਅਤੇ ਤੁਸੀਂ ਨੋਰਮਲਾਈਜੇਸ਼ਨ ਨੂੰ ਕਿਵੇਂ ਠੀਕ ਕਰਦੇ ਹੋ? ਤੁਸੀਂ ਇੰਟੀਗਰੇਟ ਓਵਰ dx ਅਤੇ dy ਕਰਦੇ ਹੋ ਕਿਉਂਕਿ ਇਹ 2 ਡਾਇਮੈਂਸ਼ਨਲ ਪ੍ਰੋਬਲਮ ਹੈ, ਅਤੇ ਤੁਸੀਂ ਨੋਰਮਲਾਈਜੇਸ਼ਨ ਨੂੰ ਫਿਕਸ ਕਰ ਸਕਦੇ ਹੋ। ਕੀ ਇਹ ਸਹੀ ਹੈ? ਇਹ ਪ੍ਰਾਈਮ ਹੈ √2/L ਜਾਂ ਇਹ ਸਿਰਫ 2/L ਹੋਣ ਜਾ ਰਿਹਾ ਹੈ? ਇਸ ਨੂੰ ਹਰ ਇੰਟੀਗਰੇਸ਼ਨ ਲਈ 2/L ਹੋਣਾ ਚਾਹੀਦਾ ਹੈ। ਇੱਥੇ √2/L ਹੋਵੇਗਾ। ਇਸ ਲਈ ਤੁਹਾਨੂੰ ਇਹ ਵੀ ਠੀਕ ਕਰਨਾ ਚਾਹੀਦਾ ਹੈ। ਅਤੇ ਇੱਕ ਖਾਸ ਵੇਵ ਫੰਕਸ਼ਨ ਲਈ ਕੋਰੈਸਪੋਂਡਿੰਗ એનર્ਜੀ ਵੇਵ ਫੰਕਸ਼ਨ ਨੂੰ ਇੱਥੇ ਇੱਕ nx, ny ਸਬਸਕ੍ਰਿਪਟ ਲਗਾਉਣਾ ਚਾਹੀਦਾ ਹੈ। ਉਸ ਵੇਵ ਫੰਕਸ਼ਨ ਲਈ ਕੋਰੈਸਪੋਂਡਿੰਗ એનર્ਜੀ nx ਸਕੁਏਅਰ ਪਲਸ ny ਸਕੁਏਅਰ nx ਸਕੁਏਅਰ ਹੋਵੇਗੀ। ਇੱਕ ਸਕੁਏਅਰ ny ਸਕੁਏਅਰ ਹੋਵੇਗਾ। e ਸਕੁਏਅਰ ਮਾਈਨਸ a ਸਕੁਏਅਰ ਹੋਵੇਗਾ। ਤਾਂ ਇੱਕ ਸਕੁਏਅਰ ਕੈਂਸਲ ਹੋ ਜਾਵੇਗਾ। ਤਾਂ ਤੁਸੀਂ ਇਹ ਸਪਸ਼ਟ ਰੂਪ ਵਿੱਚ ਪ੍ਰਾਪਤ ਕਰੋਗੇ ਕਿ ਊਰਜਾ ਨੂੰ nx ਸਕੁਏਅਰ ਪਲਸ ny ਸਕੁਏਅਰ ਹੋਣਾ ਚਾਹੀਦਾ ਹੈ। ਦੁਬਾਰਾ ਤੁਸੀਂ ਇੱਕ ਫੰਡਾਮੈਂਟਲ એનર્ਜੀ ਯੂਨਿਟ ਨੂੰ ਪਰਿਭਾਸ਼ਿਤ ਕਰ ਸਕਦੇ ਹੋ ਅਤੇ ਇੱਕ 2 ਡਾਇਮੈਂਸ਼ਨਲ ਬਾਕਸ ਵਿੱਚ ਪਾਰਟੀਕਲ એનર્ਜੀਸ ਨੂੰ ਦੁਬਾਰਾ ਲਿਖ ਸਕਦੇ ਹੋ ਇਸ ਤਰ੍ਹਾਂ ਹੀ ਨਾਟ ਮਲਟੀਪਲਾਈਂਗ
nx ਸਕੁਏਅਰ ਪਲਸ ny ਸਕੁਏਅਰ। ਇਹ ਤੁਹਾਡੇ ਲਈ ਇੱਕ ਐਕਸਰਸਾਈਜ਼ ਹੈ। ਜੇਕਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਕ 2 ਡਾਇਮੈਂਸ਼ਨਲ ਬਾਕਸ ਵਿੱਚ ਇੱਕ ਪਾਰਟੀਕਲ ਦੀ ਊਰਜਾ 13 ਨੌਟ ਹੈ, ਇਹ ਵੇਵ ਫੰਕਸ਼ਨ ਯੂਨੀਕ ਹੈ ਕਿ 2 3 ਅਤੇ 3 2 ਦੀਆਂ ਸੰਭਾਵਨਾਵਾਂ ਕੀ ਹਨ। ਇਸ ਲਈ ਵੇਵ ਫੰਕਸ਼ਨ ਵਿੱਚ nx 3 ਅਤੇ ny 2 ਹਨ। nx 2 ਅਤੇ ny 3 ਦੇ ਨਾਲ ਇੱਕ ਹੋਰ ਵੇਵ ਫੰਕਸ਼ਨ ਵੀ ਹੋ ਸਕਦਾ ਹੈ। ਦੋਵੇਂ ਇੱਕੋ ਐਨਰਜੀ ਆਈਗਨ ਵੈਲਿਊ ਨੂੰ ਸਾਂਝਾ ਕਰਨਗੇ, ਇਸ ਲਈ ਇਹ ਦੋ ਵੇਵ ਫੰਕਸ਼ਨ ਉਸ ਪੱਧਰ ਤੇ ਡੀਜਨਰੇਟ ਹਨ ਜਿਸ ਊਰਜਾ ਦਾ ਪੱਧਰ ਤੁਸੀਂ ਕਹੋਗੇ ਕਿ 2-ਫੋਲਡ ਡੀਜਨਰੇਟ ਹੈ। 2 ਦੀ ਸਿਮਿਟਰੀ ਹਾਂ। ਇਸ ਲਈ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੇਵਾਂਗੀ ਜਿੱਥੇ ਤੁਸੀਂ ਇੱਕ ਐਕਸੀਡੈਂਟਲ ਸਿਮਿਟਰੀ ਦੇਖਦੇ ਹੋ। ਇੱਕ ਹੋਰ ਠੀਕ ਹੈ, ਇਸ ਲਈ ਇਹ ਸਕੁਏਅਰ ਦੀ ਸਿਮਿਟਰੀ ਦੇ ਕਾਰਨ ਹੁੰਦਾ ਹੈ, ਪਰ ਇਹ ਐਕਸੀਡੈਂਟਲ ਸਿਮਿਟਰੀ ਵੀ ਹੋ ਸਕਦਾ ਹੈ। ਠੀਕ ਹੈ, ਇਸ ਲਈ ਮੈਨੂੰ ਕੋਸ਼ਿਸ਼ ਕਰੋ ਅਤੇ ਤੁਹਾਨੂੰ ਉਹ ਉਦਾਹਰਣ ਦੇਣ ਦਿਓ। 50 ਨੌਟ ਪੋਸੀਬਿਲਿਟੀਜ਼ ਕੀ ਹਨ? ਉੱਥੇ ਕੋਈ ਸਿਮਿਟਰੀ ਨਹੀਂ ਹੈ ਤਾਂ ਜੋ ਐਕਸੀਡੈਂਟਲ ਡੀਜਨਰੇਸੀ ਵੀ ਹੋ ਸਕਦੀ ਹੈ, ਕਿਉਂਕਿ nx ਸਕੁਏਅਰ ਅਤੇ ny ਸਕੁਏਅਰ ਨੂੰ ਕੁਝ ਖਾਸ ਵੈਲਿਊ ਵਜੋਂ ਜੋੜਨ ਵਾਲੀ ਸੰਖਿਆ ਵਿੱਚ ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੋ ਸਕਦੀਆਂ ਹਨ। 13 ਨੌਟ ਦਾ ਕੇਸ ਇੱਕ ਸਕੁਏਅਰ ਦੀ ਸਿਮਿਟਰੀ ਤੁਹਾਨੂੰ ਦੱਸਦੀ ਹੈ ਤੁਸੀਂ nx ਅਤੇ ny ਨੂੰ ਬਦਲ ਸਕਦੇ ਹੋ ਜੋ ਤੁਸੀਂ ਕਹਿ ਰਹੇ ਸੀ, ਪਰ ਜਦੋਂ ਤੁਸੀਂ ਇਸ ਨੂੰ 50 ਨੌਟ ਲਈ ਕਰਦੇ ਹੋ ਤਾਂ ਨਾ ਸਿਰਫ ਉਹ ਸਿਮਿਟਰੀ ਸਗੋਂ ਤੁਹਾਡੇ ਕੋਲ ਐਕਸੀਡੈਂਟਲ ਚੀਜ਼ਾਂ ਵੀ ਹੁੰਦੀਆਂ ਹਨ ਜੋ ਤੁਹਾਡੇ ਕੋਲ nx ਐਜ 7 ny ਐਜ 1 ਹੈ ਜੋ ਤੁਹਾਨੂੰ 50 ਨੌਟ ny ਐਜ 7 nx ਐਜ 1 ਦਿੰਦਾ ਹੈ। ਤੁਹਾਡੇ ਕੋਲ nx ਇਕੁਅਲ ਟੂ 5 ਅਤੇ ny ਇਕੁਅਲ ਟੂ 5 ਹੈ, ਇਸ ਲਈ ਇਹ 3-ਫੋਲਡ ਡੀਜਨਰੇਸੀ ਹੈ। ਅਜਿਹੀਆਂ ਸੰਭਾਵਨਾਵਾਂ ਵੀ ਮੌਜੂਦ ਹਨ, ਇਸ ਲਈ ਕੇਸ ਦਰ ਕੇਸ ਤੁਹਾਨੂੰ ਡੀਜਨਰੇਸੀ ਦਾ ਪਤਾ ਲਗਾਉਣਾ ਪਵੇਗਾ। ਇਹ ਹਮੇਸ਼ਾ 2-ਫੋਲਡ ਡੀਜਨਰੇਟ ਨਹੀਂ ਹੁੰਦਾ ਹੈ, ਇਹ ਇਸ ਤੋਂ ਵੱਧ ਹੋ ਸਕਦਾ ਹੈ। ਇਹ ਸਭ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਤੁਹਾਨੂੰ 2 ਡਾਇਮੈਂਸ਼ਨਲ ਬਾਕਸ ਲਈ ਇਸ ਨੂੰ ਕਰਨ ਦਿੱਤਾ ਹੈ। 3 ਡਾਇਮੈਂਸ਼ਨਲ ਬਾਕਸ ਲਈ ਕਰਨਾ ਮੁਸ਼ਕਲ ਨਹੀਂ ਹੈ। ਪਹਿਲਾਂ ਉੱਥੇ ਲਿਖੋ y ਸੱਜੇ ਪਾਸੇ ਤੇ ਡਿਪੈਂਡੈਂਸ ਹੈ, x ਖੱਬੇ ਪਾਸੇ ਤੇ ਡਿਪੈਂਡੈਂਸ ਹੈ। ਇਸ ਨੂੰ ਇੱਕ ਕਾਂਸਟੈਂਟ ਦੇ ਰੂਪ ਵਿੱਚ ਲਿਖੋ ਅਤੇ ਫਿਰ y ਇਹ ਹੈ ਕਿ ਤੁਸੀਂ ਇਸ ਨੂੰ y ਅਤੇ z ਦੇ ਰੂਪ ਵਿੱਚ ਵੱਖ ਕਰਦੇ ਹੋ। ਯੋਜਨਾਬੱਧ ਢੰਗ ਨਾਲ ਜਾਓ ਤਾਂ f ਆਫ x g ਆਫ y h ਆਫ z ਹੋਵੇਗਾ ਅਤੇ ਤੁਸੀਂ ਇਸ ਨੂੰ 3 ਸਾਈਨ ਫੰਕਸ਼ਨਸ ਦੇ ਪ੍ਰੋਡਕਟ ਦੇ ਤੌਰ ਤੇ ਲਿਖ ਸਕਦੇ ਹੋ। ਇਸ ਲਈ ਬਹੁਤ ਹੀ ਸਟ੍ਰੇਟਫੋਰਵਰਡ ਐਕਸਰਸਾਈਜ਼ ਹੈ। ਪਹਿਲਾ, ਜੇਕਰ ਤੁਸੀਂ 2 ਡਾਇਮੈਂਸ਼ਨ ਸਮਝਦੇ ਹੋ ਤਾਂ ਤੁਸੀਂ 2 ਪ੍ਰਾਪਤ ਕਰ ਸਕਦੇ ਹੋ। ਡੀਜਨਰੇਸੀ ਨਾਲ ਕੀ ਹੁੰਦਾ ਹੈ? ਕਿਊਬਿਕਲ ਸਿਮਿਟਰੀ nx ny nz ਦੇ ਪਰਮਿਊਟੇਸ਼ਨ ਦੀ ਅਨੁਮਤੀ ਦੇਵੇਗੀ। ਐਨਰਜੀ ਹੋਵੇਗੀ ਐਨਰਜੀ E nx ny nz ਜੋ E ਨੌਟ ਟਾਈਮਸ nx ਸਕੁਏਅਰਡ ਪਲਸ ny ਸਕੁਏਅਰਡ ਪਲਸ nz ਸਕੁਏਅਰਡ 3D ਬਾਕਸ ਸਕੁਏਅਰਡ ਬਾਕਸ ਜਾਂ ਮੈਨੂੰ ਟੈਕਨੀਕਲੀ ਇਸ ਨੂੰ ਕਿਊਬ ਕਹਿਣਾ ਚਾਹੀਦਾ ਹੈ। ਕੀ ਇਹ ਠੀਕ ਹੈ? ਇਸ ਲਈ E ਆਫ nx ny nz ਹੈ nx ਸਕੁਏਅਰਡ ਪਲਸ ny ਸਕੁਏਅਰਡ ਪਲਸ nz ਸਕੁਏਅਰਡ ਹੈ 3D ਸਕੁਏਅਰਡ ਬਾਕਸ ਲਈ। ਇੱਥੇ ਡੀਜਨਰੇਸੀਜ਼ ਦੀ ਦੁਬਾਰਾ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਵੇਵ ਫੰਕਸ਼ਨ xyz ਕੀ ਹੈ? ਇਸ ਨੂੰ 2/L2 the power of 3/2 multiplied by sin nx pi by L multiplied by sin ny pi by L x ਇੱਥੇ ਹੈ ਫਿਰ sin nz pi z by L ਕੀ ਇਹ ਠੀਕ ਹੈ? ਜੇਕਰ ਤੁਸੀਂ ਇਸ ਨੂੰ L1 L2 ਲੰਬਾਈ ਚੌੜਾਈ ਦੀ ਉਚਾਈ L1 L2 L3 ਦੇ ਨਾਲ ਇੱਕ ਕਿਊਬੋਇਡ ਦੇ ਰੂਪ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਮੋਡੀਫਿਕੇਸ਼ਨ ਕੀ ਹੋਵੇਗੀ? ਤੁਹਾਨੂੰ ਇਸ ਅਨੁਸਾਰ ਇਹਨਾਂ ਚੀਜ਼ਾਂ ਨੂੰ ਮੋਡੀਫਾਈ ਕਰਨਾ ਪਵੇਗਾ। ਜੇਕਰ ਤੁਸੀਂ ਮੋਡੀਫਿਕੇਸ਼ਨ ਕਰਦੇ ਹੋ ਤਾਂ ਇਸ E ਨੌਟ ਨੂੰ ਕੋਈ ਯੂਨੀਵਰਸਲੀ ਨੌਟ ਵਜੋਂ ਨਹੀਂ ਲਿਖਿਆ ਜਾ ਸਕਦਾ।
ਤੁਹਾਨੂੰ ਸਹੀ ਢੰਗ ਨਾਲ A by L1 ਸਕੁਏਅਰਡ by L2 ਸਕੁਏਅਰਡ by L3 ਸਕੁਏਅਰਡ ਲਗਾਉਣਾ ਪਵੇਗਾ। ਤੁਸੀਂ ਜਾਣਦੇ ਹੋ ਕਿ ਇਹ ਕੀ ਹੈ ਅਤੇ ਉਸ ਕੇਸ ਵਿੱਚ ਕੋਈ ਸਿਮਿਟਰੀ ਨਹੀਂ ਹੈ, ਜੋ ਸਿਰਫ ਐਕਸੀਡੈਂਟਲ ਇਨਸੀਡੈਂਸ ਹੋ ਸਕਦੀ ਹੈ। ਮੈਂ ਜੋ ਲਿਸਟ ਦਿੱਤੀ ਹੈ ਉਹ 2 ਡਾਇਮੈਂਸ਼ਨਲ ਬਾਕਸ ਲਈ ਹੈ, ਅਤੇ ਫਿਰ ਮੈਂ ਤੁਹਾਨੂੰ ਇਸ ਨੂੰ ਬਣਾਉਣ ਲਈ ਕਿਹਾ ਹੈ। 3D ਬਾਕਸ ਤੇ ਕੁਝ ਅਸਾਈਨਮੈਂਟ ਪ੍ਰੋਬਲਮਸ ਹੋਣਗੀਆਂ ਅਤੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਇਸ ਨੂੰ ਠੀਕ ਕਰ ਸਕਦੇ ਹੋ।